ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋ। ਅੱਜ ਦੀ ਗੱਲ, ਅੱਜ ਇਸ ਲਾਈਵ ਸ਼ੋ ਦੇ ਵਿੱਚ ਜਿਸ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਉਹ ਹੈ ਜੀ ਡੇਂਗੂ ਦੇ ਤੇ ਬਚਾਅ ਤੇ ਇਲਾਜ ਬਾਰੇ कुछ सवाल कुछ गल्लां बातां साडे जिहड़े माहिर मेहमान उन्हां वल्लों कीतियां जाणगीआं, दस्सियां जाणगीआं। सो इहदे बारे विस्तार दे विच गलबात इस लाइव शो दे विच होएगी। इस बारे चर्चा करन लई अज दे माहिर साडे स्टूडियो च पहुंच चुके ने। तुहानूं मिलवाउंदे हां, उन्हां दा स्वागत करदे हां। सब तो पहलां मेरे नाल बैठे ने डॉक्टर बवनीत कौर डांग, उन्हां दा स्वागत करदे हां। डॉक्टर साहब बहुत बहुत स्वागत है जी। डॉक्टर साहब MD मैडिसन ने, उन्होंने नाल बिल्कुल बैठे ने डॉक्टर अंजलि अरोड़ा जी। डॉक्टर साहब बहुत बहुत तुहाडा भी स्टूडियो स्वागत करते हैं जी। डॉक्टर साहब कम्यूनिटी मैडिसन ने। सो दोनों ही डॉक्टर डेंगू की जिहड़ी बीमारी है, जिहड़े केस लगातार सामने आ रहे हैं, उन्हां बारे की सानू दसना चाहुंदे ने, समझाउणा चाहुंदे ने, किवें बचिया जा सकदा, इहदे बारे लाइव चर्चा स्टूडियो दे विच असीं जारी रखांगे। डॉक्टर बवनीत, सब तो पहलां जदों ये मौसम आउंदा, ये महीना आ जांदा या दिन आ जांदे, इन्हां दिनां दे विच डेंगू दे केस दीआं खबरां अचानक साडे सामने आउंदियां, की कारण है कि इन्हां दिनां दे विच केस जिहड़े एकदम निकल के बाहर आउंदे आ? हाँ जी, तुसी हर साल देखिया होना है कि ये जिहड़े हैगे महीने जिस तरह जुलाई, अगस्त, सितंबर, ਇਹਦੇ ਵਿੱਚ ਇੱਕਦਮ ਡੇਂਗੂ ਦੇ ਕੇਸਿਸ ਵਧਨੇ ਸ਼ੁਰੂ ਹੋ ਜਾਂਦੇ ਹਨ। ਕਾਰਨ ਹੈ ਕਿ ਬਰਸਾਤਾਂ ਦਾ ਮੌਸਮ ਹੈਗਾ ਤੇ ਹਰ ਜਗ੍ਹਾ ਜਿਸ ਤਰ੍ਹਾਂ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਡੇਂਗੂ ਇੱਕ ਵਾਇਰਲ ਬਿਮਾਰੀ ਹੈਗੀ ਹੈ ਜਿਹੜੇ ਮੱਛਰ ਦੇ ਕੱਟਣ ਤੋਂ ਹੁੰਦੀ ਹੈ ਜੀ। ਤੇ ਇਹ ਜਿਹੜਾ ਹੈਗਾ ਇਹ ਡਿਊਰਿੰਗ ਜਿਹੜੀ ਬਰਸਾਤਾਂ ਦੇ ਵਿੱਚ ਹੀ ਜ਼ਿਆਦਾ ਪਨਪਦਾ ਹੈ, ਤਾਂ ਕਰਕੇ ਅਸੀਂ ਦੇਖਦੇ ਹਾਂ ਕਿ ਇਸ ਮੌਸਮ ਦੇ ਵਿੱਚ ਡੇਂਗੂ ਦੇ ਕੇਸ ਇੱਕਦਮ ਸਾਡੇ ਵੱਧ ਜਾਂਦੇ ਸਾਹਮਣੇ ਆ ਜਾਂਦੇ ਆ। ਇੱਕ ਡਾਕਟਰ ਅੰਜਲੀ, ਇੱਕ ਹੋਰ ਚੀਜ਼ ਕਨਫਿਊਜ਼ਨ, ਜਿਹੜੀ ਬੜੀ ਵੱਡੀ ਕਨਫਿਊਜ਼ਨ ਸਾਡੇ ਸਾਹਮਣੇ ਰਹਿੰਦੀ ਹੈ। ਅਸੀਂ ਨਾਰਮਲੀ ਘਰਾਂ ਦੇ ਵਿੱਚ ਮੱਛਰ ਨੂੰ ਦੇਖਦੇ ਆ ਨਾ, ਤੇ ਘਰ ਦੇ ਉਸੇ ਟਾਈਮ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ, ਪੂਰੇ ਕੱਪੜੇ ਪਾ ਲਾ, ਮੱਛਰਦਾਨੀ ਲਗਾ ਲਓ ਜਾਂ ਦਵਾਈ ਲਗਾ ਲਓ ਕਿ ਡੇਂਗੂ ਹੋ ਜਾਏਗਾ, ਮੱਛਰ ਆ ਗਿਆ। ਹੁਣ ਪਾਰਟਿਕੂਲਰ किस तरह का मच्छर है, उसकी आइडेंटिफिकेशन पहचान कि ये मच्छर है जिहड़ा डेंगू नूं पैदा कर सकता? हाँ जी, ये मच्छर इनू असीं एडीज़ एजिप्सी दे नाम दे नाल जानते हैं जी। ਇਹਦੀ ਆਈਡੈਂਟੀਫਿਕੇਸ਼ਨ ਵੈਸੇ ਬੜੀ ਆਸਾਨ ਹੈ। ਇਹ ਮੱਛਰ ਦੂਸਰਿਆਂ ਤੋਂ ਬੜਾ ਵੱਖਰਾ ਦਿਸਦਾ ਹੈ ਜੀ। ਇਹਦੇ ਉੱਤੇ ਚਿੱਟੀਆਂ ਧਾਰੀਆਂ ਹੁੰਦੀਆਂ ਹੈ, ਇਹਦੀਆਂ ਲੱਤਾਂ ਤੇ ਵੀ ਤੇ ਸਰੀਰ ਤੇ ਵੀ ਜੀ। ਤੇ ਜੇ ਜਿੱਦਾਂ ਕਿ ਇੱਕ ਤੁਸੀਂ ਉਹਨੂੰ ਬੈਠੇ ਨੂੰ ਦੇਖੋਗੇ ਤੇ ਥੋੜਾ ਜਿਹਾ ਉੱਚਾ ਹੋ ਕੇ ਬੈਠਦਾ ਹੈ, ਜਿੱਦਾਂ ਇੱਕ ਹੰਪ ਜਿਹਾ ਕਰਕੇ ਬੈਠਾ ਹੁੰਦਾ ਹੈ ਤੇ ਕਾਲੀਆਂ ਧਾਰੀਆਂ ਤੇ ਚਿੱਟੀਆਂ ਧਾਰੀਆਂ ਸਾਫ਼ ਉਹਦੇ ਨਜ਼ਰ ਆਉਂਦੀਆਂ। ਮਤਲਬ ਕਾਲੇ ਮੱਛਰ ਦੇ ਉੱਤੇ ਚਿੱਟੀਆਂ ਧਾਰੀਆਂ ਉਹਦੀ ਬੋਡੀ ਤੇ ਲੱਤਾਂ ਤੇ ਨਜ਼ਰ ਆਉਂਦੇ ਆ, ਜਿੱਦਾਂ ਕਿ ਅਸੀਂ ਸਲਾਈਡ 'ਚ ਵੀ ਦੇਖ ਪਾ ਰਹੇ ਹਾਂ ਜੀ। ਇਹਦੀ ਆਮ ਮੱਛਰ ਦੇ ਨਾਲੋਂ ਜਿਹੜੀ ਇੱਕ ਮਤਲਬ ਆਕਾਰ ਹੈ, ਜਿਹੜੀ ਹਾਈਟ ਹੈ, ਉਹ ਥੋੜੀ ਵੱਧ ਹੁੰਦੀ ਹੈ, ਤੁਸੀਂ ਕਹਿ ਰਹੇ ਹੋ? ਨਹੀਂ, ਮੱਛਰ ਦੀ ਸਾਈਜ਼ ਵਗੈਰਾ ਵਿੱਚ ਕੋਈ ਫਰਕ ਨਹੀਂ ਹੈ, ਇਹ ਉਦਾਂ ਦਾ ਹੀ ਦਿਸਦਾ ਹੈ। ਬਸ ਇਹਨੂੰ ਆਈਡੈਂਟੀਫਾਈ ਕਰਨ ਦਾ ਫੀਚਰ ਇਹੀ ਹੈ ਕਿ ਇਹਦੇ ਉੱਤੇ ਚਿੱਟੀਆਂ ਧਾਰੀਆਂ ਨੇ। ਓਕੇ, ਤੇ ਜਦੋਂ ਸਾਨੂੰ ਕਦੀ ਇਦਾਂ ਦੇ ਲੱਗੇ ਅੱਛਾ ਕਿ ਇਸ ਤਰ੍ਹਾਂ ਦੀ ਚੀਜ਼ ਸਾਡੇ ਆਲੇ ਦੁਆਲੇ ਪਨਪ ਰਹੀ ਹੈ, ਸ਼ੁਰੂ ਹੋ ਰਹੀ ਹੈ, ਤਾਂ ਡਾਕਟਰ ਬਵਨੀਤ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਆਉਂਦੀ ਹੈ, ਫਿਰ ਇਹਨਾਂ ਚੀਜ਼ਾਂ ਦਾ ਇੱਕ ਲੱਛਣ ਜਦੋਂ ਕਿਉਂਕਿ ਇਦਾਂ ਦਾ ਮੱਛਰ ਕੱਟਦਾ ਆ, ਜਿਹੜਾ ਪੇਸ਼ੈਂਟ ਹੈ ਉਹਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਮੈਨੂੰ ਡੇਂਗੂ ਵਾਲੇ ਮੱਛਰ ਨੇ ਹੀ ਹੁਣ ਕੱਟਿਆ ਤੇ ਮੈਨੂੰ ਡੇਂਗੂ ਹੋ ਸਕਦਾ ਹੈ? ਹਾਂਜੀ, ਜਿਸ ਤਰ੍ਹਾਂ ਦੇਖੋ ਅੱਜ ਕੱਲ ਵੀ ਪੇਸ਼ੈਂਟ ਸਾਰੇ ਆ ਰਹੇ ਨੇ, ਇੱਕ ਤਾਂ ਯਕਦਮ ਬੁਖਾਰ ਹੋਣਾ, तेज बुखार होना, 102 103 बुखार होना, बहुत ज़्यादा थकावट होना, मांसपेशियां च बहुत ज़्यादा दर्द होंदी है, बहुत ज़्यादा पेशेंट कहता है कि मैं उठ भी नहीं पा रहा, ते नाल हेडेक बहुत है, सिर च दर्द होंदी है, स्पैशली तुहाडी अखां दे पिछे। ਇਹ ਇੱਕ ਆਈਡੈਂਟੀਫਿਕੇਸ਼ਨ ਹੈਗੀ ਹੈ, ਜਿੱਦਾਂ ਬੁਖਾਰ ਹੋ ਰਿਹਾ ਤੁਹਾਨੂੰ ਤੇ ਨਾਲ ਤੁਹਾਨੂੰ ਹੈਡੇਕ ਹੋ ਰਿਹਾ ਹੈ, ਅੱਖਾਂ ਦੇ ਪਿੱਛੇ ਦਰਦ ਹੋ ਰਹੀ ਹੈ, ਬਹੁਤ ਜ਼ਿਆਦਾ ਤੁਹਾਡੀ ਥਕਾਵਟ ਹੋ ਰਹੀ ਹੈ ਤੇ ਕਦੀ ਕਦੀ ਰੈਸ਼ ਜਿੱਦਾਂ ਦਾਣੇ ਜਿੱਦਾਂ ਤੁਹਾਡੇ ਬੋਡੀ ਤੇ ਆ ਜਾਂਦੇ ਆ। ਇਹ ਲੱਛਣ ਹੈਗੇ ਆ ਕਿ ਸਾਨੂੰ ਡੇਂਗੂ ਦਾ ਬੁਖਾਰ ਹੈ ਤੇ ਨਾਲ ਬੁਖਾਰ ਤੁਹਾਡਾ ਟੁੱਟਦਾ ਨਹੀਂ ਹੈ, 2 ਤੋਂ 7 ਦਿਨ ਇਹ ਬੁਖਾਰ ਰਹਿੰਦਾ ਹੈ। ਤੁਸੀਂ ਜਿੱਦਾਂ ਆਪਾਂ ਪੈਰਾਸੀਟਾਮੋਲ ਯੂਜੂਅਲੀ ਜਿਹੜੀ ਗੋਲੀ ਖਾਂਦੇ ਆ ਬੁਖਾਰ ਲਈ, ਜਿੰਨੀ ਦੇਰ ਉਹਦਾ ਅਸਰ ਰਹੇਗਾ ਇਹਦਾ ਬੁਖਾਰ ਟੁੱਟਿਆ ਰਹੇਗਾ, ਮਗਰ ਫਿਰ ਦੁਬਾਰਾ ਤੋਂ ਫੀਵਰ ਜਿਹੜਾ ਹੈਗਾ ਉਹ ਆਉਣਾ ਸ਼ੁਰੂ ਹੋ ਜਾਂਦਾ ਜੀ। ਡਾਕਟਰ ਅੰਜਲੀ, ਕਦੀ ਇਹ ਵੀ ਹੁੰਦਾ ਕਿ ਅਸੀਂ ਅਗਰ ਗੱਲ ਕਰੀਏ ਪਹਿਚਾਨਣ ਦੀ ਕਿ ਬੱਚੇ ਤੇ ਜਿਹੜੇ ਬਜ਼ੁਰਗ ਨੇ, ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਵੀ ਕਦੀ ਕੋਈ ਅਲੱਗ ਚੀਜ਼ ਹੁੰਦੀ ਹੈ ਜਦੋਂ ਕੋਈ ਡੇਂਗੂ ਵਰਗੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਬਿਮਾਰੀ ਨੂੰ ਪਕੜਦੀ ਹੈ, ਜਾਂ ਆਲਮੋਸਟ ਦੋਨੋਂ ਨੂੰ ਇੱਕੋ ਜਿਹੇ ਜਿਹੜੇ ਸਿੰਪਟਮ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਿੰਪਟਮ ਇੱਕੋ ਜਿਹੇ ਰਹਿੰਦੇ ਆ? ਨਹੀਂ, ਸਿੰਪਟਮਸ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਬਸ ਇਹ ਹੈ ਕਿ ਬੱਚਿਆਂ ਨੂੰ ਜਿਹੜੇ ਅਡਲਟ ਬਾਹਰ ਜਾ ਰਹੇ ਆ, ਬਿਕੋਜ਼ ਇਹ ਦਿਨ 'ਚ ਕੱਟਦਾ ਮੱਛਰ, ਸਾਰਿਆਂ ਨਾਲੋਂ ਪਹਿਲਾਂ ਇਹਦੇ ਬਾਰੇ ਇਹ ਜਾਨਣਾ ਬੜੀ ਜ਼ਰੂਰੀ ਹੈ। ਇਹਦਾ ਕੀ ਕਾਰਨ ਹੈ ਕਿ ਦਿਨ 'ਚ ਕੱਟਦਾ ਹੈ? ਉਹ ਇਹਦੀਆਂ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਹੈਬਿਟਸ ਹੈਗੀਆਂ।
ਇਹ ਮੱਛਰ ਇੱਕ ਤਾਂ ਤੁਹਾਨੂੰ ਕੱਟਣ ਦਾ ਇਹਦਾ ਸਮੇਂ ਹੈ 2 ਘੰਟੇ ਸਵੇਰੇ, ਜਿੱਦਾਂ ਤੁਸੀਂ 3 ਘੰਟੇ 2 ਤੋਂ 3 ਘੰਟੇ ਅਸੀਂ ਕਹਿ ਸਕਦੇ ਹਾਂ, 7 ਵਜੇ ਤੋਂ ਲੈ ਕੇ 11 ਵਜੇ ਤੱਕ ਮੈਕਸਿਮਮ। ਫਿਰ ਜਦੋਂ ਧੁੱਪ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਦੋਂ ਇਹ ਰੈਸਟ ਕਰਦਾ, ਬਿਕੋਜ਼ ਟੈਂਪਰੇਚਰ ਹਾਈ ਹੋ ਜਾਂਦਾ ਉਸ ਵੇਲੇ। ਫਿਰ ਸ਼ਾਮ ਨੂੰ ਸਨਸੈਟ ਤੋਂ 2-3 ਘੰਟੇ ਪਹਿਲਾਂ ਇਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਹੈ, ਉਹ ਇਹਦਾ ਕੱਟਣ ਦਾ ਟਾਈਮ ਹੈ। ਤੇ ਫਿਰ ਉਹੀ ਹੈ ਕਿ ਜਿੱਦਾਂ ਬੱਚੇ ਸ਼ਾਮ ਨੂੰ ਖੇਲਦੇ ਆ ਉਸ ਟਾਈਮ ਤੇ ਉਹ ਜ਼ਿਆਦਾ ਪ੍ਰੋਨ ਹੈ, ਸਵੇਰੇ ਵੱਡੇ ਬੁੱਢੇ ਜਾਂ ਕੋਈ ਜ਼ਿਆਦਾ ਸੈਰ ਕਰਨ ਜਾਂਦੇ ਆ ਉਹ ਜ਼ਿਆਦਾ ਪ੍ਰੋਨ ਹੈ ਉਸ ਟਾਈਮ ਤੇ। ਹੋਰ ਇਹਦੇ ਇੱਕ ਇਹ ਹੈ ਕਿ ਇਹ ਮੱਛਰ ਸਾਨੂੰ ਲੱਤਾਂ ਤੇ ਜ਼ਿਆਦਾ ਕੱਟਦਾ ਹੈ, ਬਿਕੋਜ਼ ਇਹ ਹੌਪ ਕਰਦਾ ਹੈ, ਜਿੱਦਾਂ ਉੜਦਾ ਹੈ ਜਦੋਂ, ਇਹਦੀ ਕੋਈ ਬਹੁਤ ਜ਼ਿਆਦਾ ਲੰਬੀ ਉੱਚੀ ਫਲਾਈਟ ਨਹੀਂ ਹੈਗੀ ਜੀ, ਤੇ ਇਸ ਕਰਕੇ ਜ਼ਿਆਦਾ ਲੱਤਾਂ ਤੇ ਕੱਟਦਾ ਹੈ। ਕਿਉਂਕਿ ਇਹਦੇ ਬਾਰੇ ਡਾਕਟਰ ਸਾਹਿਬ ਇਹ ਵੀ ਸੁਣਿਆ ਕਿ ਲੱਤਾਂ ਦੇ ਵੀ ਪਾਰਟਿਕੂਲਰ ਅਗਰ ਆਪਾਂ ਨੀਜ਼ ਦੀ ਗੱਲ ਕਰੀ, ਗੋਡਿਆਂ ਦੀ, ਤੇ ਗੋਡਿਆਂ ਤੋਂ ਉੱਪਰ ਤੱਕ ਇਹ ਨਹੀਂ ਜਾ ਸਕਦਾ, ਗੋਡਿਆਂ ਤੋਂ ਥੱਲੇ ਹੀ ਜ਼ਿਆਦਾ ਜਾ ਸਕਦਾ ਹੈ, ਬਟ ਇਹੀ ਇਹਦਾ ਕਰੈਕਟਰਿਸਟਿਕ ਇਹੀ ਹੈ ਕਿ ਇਹ ਜਿੱਦਾਂ ਰੈਸਟ ਕਰਦਾ ਹੈ, ਪਰ ਫਿਰ ਇਹ ਕੱਟਦਾ ਹੈ ਸਾਨੂੰ ਲੱਤਾਂ ਤੇ, ਗੋਡਿਆਂ ਤੋਂ ਥੱਲੇ ਜੀ, ਲੱਤਾਂ ਦੇ ਪਿਛਲੇ ਪਾਸੇ, ਜਿੱਦਾਂ ਗਿੱਟਿਆਂ ਦੇ ਕੋਲ ਆਲੇ ਦੁਆਲੇ, ਉੱਥੇ ਜ਼ਿਆਦਾ ਕੱਟਦਾ ਹੈ ਮੱਛਰ ਜੀ। ਡਾਕਟਰ ਬਵਨੀਤ, ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਡੇਂਗੂ ਵਾਲਾ, ਇੱਕ ਤਾਂ ਉਹਨੇ ਪਹਿਲਾਂ ਤੁਹਾਡੇ ਤੱਕ ਪਹੁੰਚਣਾ, ਉਹਨੂੰ ਕਿੰਨਾ ਟਾਈਮ ਘਰ ਦੇ ਵਿੱਚ ਰਹਿ ਕੇ ਇਸ ਦੀ ਵੇਟ ਕਰਨੀ ਚਾਹੀਦੀ ਹੈ ਕਿ ਮੈਨੂੰ ਜਿਹੜਾ ਫੀਵਰ ਹੈ 1-2 ਦਿਨ ਮੈਂ ਨਾਰਮਲ ਲੋਕੀ ਪੈਰਾਸੀਟਾਮੋਲ ਜਾਂ ਕੋਈ ਇਦਾਂ ਦੀ ਜੋ ਵੀ ਟੈਬਲੇਟ ਬੇਸਿਕ ਮੈਡੀਸਨ ਹੈ ਲੋਕ ਘਰ 'ਚ 2-3 ਦਿਨ ਲੈਂਦੇ ਰਹਿੰਦੇ, ਉਸ ਤੋਂ ਬਾਅਦ ਡਾਕਟਰ ਕੋਲ ਪਹੁੰਚਦੇ ਆ। ਕਿੰਨੇ ਕੁ ਦਿਨ ਤੱਕ ਬੁਖਾਰ ਅਗਰ ਕੋਈ ਆਵੇ, ਕੋਈ ਕੁਝ ਵੀ ਤਰ੍ਹਾਂ ਦਾ ਸ਼ਿਵਰਿੰਗ ਹੋ ਰਹੀ ਹੈ, ਠੰਡ ਲੱਗ ਰਹੀ, ਹੈਡੇਕ ਹੋ ਰਹੀ ਹੈ, ਕਿੰਨੇ ਦਿਨ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਰਿਸਕ ਨਹੀਂ ਲੈਣਾ ਚਾਹੀਦਾ, ਇੱਕਦਮ ਡਾਕਟਰ ਕੋਲ ਆ ਜਾਣਾ ਚਾਹੀਦਾ, ਜਾਂ 1-2 ਦਿਨ ਘਰ 'ਚ ਵੇਟ ਕਰਨੀ ਚਾਹੀਦੀ ਹੈ? ਦੇਖੋ, ਜਿਸ ਤਰ੍ਹਾਂ ਅੱਜ ਕੱਲ੍ਹ ਦਾ ਮਾਹੌਲ ਹੋ ਰਿਹਾ, ਤੁਹਾਨੂੰ ਪਤਾ ਹੈ ਕਿ ਆਲੇ ਦੁਆਲੇ ਤੁਹਾਡੇ ਡੇਂਗੂ ਦਾ ਬੁਖਾਰ ਫੈਲਿਆ ਹੋਇਆ ਹੈ, ਫਿਰ ਤਾਂ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ। ਸਪੈਸ਼ਲੀ ਅਗਰ ਤੁਹਾਡੇ ਘਰੇ ਹੋਰ ਵੀ ਮੈਂਬਰਸ ਹੈਗੇ ਆ ਜਿਨ੍ਹਾਂ ਨੂੰ ਹੋਈ ਹੈ ਇੱਦਾਂ ਦੀ ਬਿਮਾਰੀ, ਤੇ ਤੁਹਾਨੂੰ ਇਮੀਡੀਏਟਲੀ ਡਾਕਟਰ ਨੂੰ ਕੰਟੈਕਟ ਕਰਨਾ ਚਾਹੀਦਾ ਹੈ, ਕਿਉਂਕਿ ਅਗਰ ਅਸੀਂ ਟਾਈਮ ਤੇ ਇਹਦਾ ਇਲਾਜ ਸ਼ੁਰੂ ਕਰ ਦਈਏ ਤੇ ਜਿਹੜੀ ਆਪਾਂ ਕੰਪਲਿਕੇਸ਼ਨਸ ਦੇਖਦੇ ਹਾਂ, ਤੁਸੀਂ ਦੇਖਿਆ ਹੋਣਾ ਹੈ ਕਿ ਲੋਕਾਂ 'ਚ ਬਹੁਤ ਡਰ ਹੈ ਕਿ ਜੀ ਸਾਡੇ ਸੈੱਲ ਗਿਰ ਗਏ ਨੇ, ਪਲੇਟਲੇਟ ਗਿਰ ਗਏ ਨੇ, ਤੇ ਉਹ ਇੱਕ ਜਿਹੜੀ ਹੈਗੀ ਪ੍ਰੋਬਲਮ, ਉਹਨੂੰ ਉਹ ਤੋਂ ਬਚਣ ਲਈ ਸਾਨੂੰ अर्ਲੀ ਟ੍ਰੀਟਮੈਂਟ ਜਿਹਨੂੰ ਕਹਿੰਦੇ ਆ, ਜਲਦੀ ਲੱਛਣ ਪਕੜਨੇ, ਜਲਦੀ ਬਿਮਾਰੀ ਪਕੜਨੀ, ਇਲਾਜ ਸ਼ੁਰੂ ਕਰਨਾ ਟਾਈਮ ਤੇ, ਉਹ ਬਹੁਤ ਜ਼ਰੂਰੀ ਹੈ। ਤੇ ਇੱਕ ਹੋਰ ਜਿਹੜੀ ਬਹੁਤ ਜ਼ਿਆਦਾ ਡਰ ਹੈ ਲੋਕਾਂ 'ਚ ਪਲੇਟਲੇਟ ਦਾ, ਹੈ ਨਾ, ਤੇ ਮੈਂ ਉਹਦੇ ਬਾਰੇ ਕਹਿਣਾ ਚਾਹਾਂਗੀ ਕਿ ਅਸੀਂ ਜਿਸ ਤਰ੍ਹਾਂ ਪਲੇਟਲੇਟ, ਸਾਰੇ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਪਲੇਟਲੇਟ ਚੜਾਉਣ ਦੀ ਲੋੜ ਨਹੀਂ ਪੈਂਦੀ। ਇੱਕ ਲੈਵਲ ਹੁੰਦਾ ਜਿੱਦਾਂ 20,000 ਤੱਕ ਅਸੀਂ ਕਹਿੰਦੇ ਆ, ਉਸ ਤੋਂ ਥੱਲੇ ਹੀ ਅਸੀਂ ਪਲੇਟਲੇਟ ਚੜਾਉਂਦੇ ਆ, ਜਾਂ ਅਗਰ ਕਿਸੇ ਨੂੰ ਕਿੱਥੋਂ ਬਲੀਡਿੰਗ ਹੋ ਰਹੀ ਹੈ ਤਾਂ ਹੀ ਅਸੀਂ ਪਲੇਟਲੇਟ ਚੜਾਉਂਦੇ ਆ। ਹਰ ਪੇਸ਼ੈਂਟ ਜਿਹੜਾ ਡੇਂਗੂ ਹੈ ਉਹਨੂੰ ਅਸੀਂ ਪਲੇਟਲੇਟ ਨਹੀਂ ਚੜਾਉਂਦੇ ਜੀ। ਇੱਕ ਡਾਕਟਰ ਅੰਜਲੀ, ਫਿਰ ਬਾਹਰ ਅਸੀਂ ਇੱਕ ਧਾਰਨਾ ਬਣਾਈ ਹੋਈ ਆ, ਕਿਉਂਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ, ਬਿਮਾਰੀ ਆਉਂਦੀ ਹੈ, ਸਾਡੇ ਲੋਕਾਂ ਦੀ ਸ਼ਾਇਦ ਇੱਕ ਦਿੱਕਤ ਹੈ ਕਿ ਅਸੀਂ ਮਿਸਕਨਸੈਪਸ਼ਨਸ ਬਹੁਤ ਬਣਾ ਲੈਂਦੇ ਉਸ ਚੀਜ਼ ਦੇ ਲਈ। ਪਲੇਟਲੇਟਸ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ, ਸੈੱਲ ਤੇ ਪਲੇਟਲੇਟਸ ਨੂੰ ਲੈ ਕੇ ਅਕਸਰ ਲੋਕ ਕਨਫਿਊਜ਼ ਰਹਿੰਦੇ ਆ। ਜੇ ਆਪਾਂ ਤੁਸੀਂ ਕਹਿ ਦੋਗੇ ਕਿਤੇ ਮੇਰੇ ਸੈੱਲ ਵੀ ਤੇਰੇ ਸੈੱਲ ਘਟ ਗਏ ਆ, ਉਹਨਾਂ ਨੇ ਘਰ ਜਾ ਕੇ ਇਹ ਗੱਲ ਕਹਿਣੀ ਕਿ ਨਹੀਂ ਮੇਰੇ ਪਲੇਟਲੇਟਸ ਘਟ ਗਏ ਆ, ਉਹ ਇਹਨਾਂ ਚੀਜ਼ਾਂ 'ਚ ਕਨਫਿਊਜ਼ ਰਹਿੰਦੇ ਆ। ਇਹ ਧਾਰਨਾਵਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਕਿੱਦਾਂ ਚੇਂਜ ਹੋ ਸਕਦੀਆਂ, ਤੇ ਬੇਸਿਕਲੀ ਇਹਨਾਂ ਲੋਕਾਂ ਨੂੰ ਕਿਵੇਂ ਗਾਈਡ ਕੀਤਾ ਜਾਵੇ? ਹਾਂਜੀ, ਜਿੱਦਾਂ ਮੈਮ ਨੇ ਦੱਸਿਆ ਇਹੀ ਕਿ ਪਲੇਟਲੇਟਸ ਇਸ ਬੁਖਾਰ 'ਚ ਘਟਦੇ ਹੈ, ਪਰ ਇਹਦੇ ਨਾਲ TLC ਇੱਕ ਸਾਡੇ ਸੈੱਲ ਹੈ ਉਹ ਵੀ ਘਟਦੇ ਹੈ, ਉਹਨਾਂ ਨੂੰ ਵੀ ਸੈੱਲ ਹੀ ਕਿਹਾ ਜਾਂਦਾ ਹੈ, ਪਲੇਟਲੇਟ ਵੀ ਸੈੱਲ ਹੀ ਹੈ। ਪਲੇਟਲੇਟ ਬੇਸਿਕਲੀ ਸਾਡੇ ਖੂਨ ਨੂੰ ਜਿਹੜਾ ਜੋੜ ਕੇ ਰੱਖਦਾ ਕਹਿ ਲਓ, ਉਹ ਵਾਲੇ ਸੈੱਲ ਹੈ। ਇਹ ਜ਼ਿਆਦਾ ਘਟ ਜਾਣ ਤੇ ਬਲੀਡਿੰਗ ਹੋਣ ਦੇ ਚਾਂਸਸ ਵੱਧ ਜਾਂਦੇ ਆ। ਬਟ ਉਹੀ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਹੈ ਕਿ ਇਹ ਬੜੇ ਹੀ ਘੱਟ ਪਰਸੈਂਟੇਜ ਦੇ ਲੋਕ ਹੈ ਜਿਹੜੇ ਇੰਨੇ ਸੀਰੀਅਸ ਚ ਜਾਣਗੇ ਕਿ ਉਹਨਾਂ ਦੇ ਪਲੇਟਲੇਟ ਇੰਨੇ ਡਿੱਗ ਗਏ ਕਿ ਉਹ ਜਾਂ ਤਾਂ ਚੜਾਣੇ ਪੈਣਗੇ ਜਾਂ ਉਹਨਾਂ ਨੂੰ ਬਲੀਡਿੰਗ ਹੋਣ ਦੇ ਚਾਂਸ ਬਹੁਤ ਵੱਧ ਜਾਣਗੇ। ਇਸ ਕਰਕੇ ਘਬਰਾਣਾ ਨਹੀਂ, ਬਸ ਇਹ ਹੈ ਅਰਲੀ, ਜਿੰਨਾ ਅਰਲੀ ਅਸੀਂ ਡਾਕਟਰ ਨੂੰ ਕੰਸਲਟ ਕਰਾਂਗੇ, ਸਾਡੀ ਟ੍ਰੀਟਮੈਂਟ ਸ਼ੁਰੂ ਹੋ ਜਾਏਗੀ, ਉਨੇ ਹੀ ਸਾਡੇ ਚਾਂਸਸ ਹੈ ਕਿ ਸਾਡੀ ਇੱਕ ਮਾਈਲਡ ਫੀਵਰ ਤੋਂ ਬਾਅਦ ਹੀ ਅਸੀਂ ਰਿਕਵਰ ਕਰ ਜਾਵਾਂਗੇ ਜੀ। ਮੈਡੀਕੇਸ਼ਨ ਦੇ ਵਿੱਚ ਇੱਕ ਹੋਰ ਗੱਲ ਕੀਤੀ ਜਾਂਦੀ ਹੈ, ਇੱਕ ਤਾਂ ਇਹਦੀ ਮੈਡੀਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਮੈਡੀਕੇਸ਼ਨ ਜਿਹੜੀ ਹੈ ਉਹ ਕਿੰਨਾ ਕੁ ਲੰਮਾ ਸਮਾਂ ਤੱਕ ਚੱਲਦੀ ਹੈ? ਹਾਂਜੀ, ਦੇਖੋ ਇਹਦੇ ਵਿੱਚ ਨਾ ਹੁਣ ਸਾਡੇ ਇੱਕ ਹੈਗੇ ਕਿ ਆਪਾਂ ਕੈਮਿਸਟ ਦੇ ਕੋਲ ਜਾ ਕੇ ਨਾ ਕੋਈ ਵੀ ਬੁਖਾਰ ਦੀ ਦਵਾਈ ਲੈ ਲੈਂਦੇ ਆ। ਇਹਦੇ ਵਿੱਚ ਸਾਨੂੰ ਉਸ ਤਰ੍ਹਾਂ ਨਹੀਂ ਕਰਨਾ, ਕਿਉਂਕਿ ਜਿਹੜੀ ਅਸੀਂ ਬਾਕੀ ਕੋਂਬੀਫਲੈਮ ਜਾਂ ਬਾਕੀ ਜਿਹੜੀ ਗੋਲੀਆਂ ਦਰਦਾਂ ਦੀ ਹੁੰਦੀਆਂ ਉਹਦੇ ਨਾਲ ਵੀ ਸੈੱਲ ਘਟਣ ਦੇ ਚਾਂਸ ਹੁੰਦੇ ਆ। ਤਾਂ ਇਹਦੇ ਵਿੱਚ ਜਿਸ ਤਰ੍ਹਾਂ 2 ਤੋਂ 7 ਦਿਨ ਬੁਖਾਰ ਰਹਿੰਦਾ, ਉਹਦੇ ਵਿੱਚ ਤੁਹਾਨੂੰ ਬੁਖਾਰ ਦੀ ਦਵਾਈ ਲੈਣੀ ਹੈ, ਨਾਲ ਤੁਸੀਂ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ, ਮਤਲਬ ਪੀਣ ਵਾਲੀ ਚੀਜ਼ਾਂ ਤੁਸੀਂ ਜ਼ਿਆਦਾ ਲੈਣੀਆਂ, ਉਹਦੇ ਉੱਤੇ ਧਿਆਨ ਰੱਖੋ। ਆਪਣਾ ਖਾਣ ਪੀਣ ਦਾ ਧਿਆਨ ਰੱਖੋ, ਜਿੱਦਾਂ ਫਲ ਸਬਜ਼ੀਆਂ ਹੋ ਗਈਆਂ, ਫਰੂਟ ਹੋ ਗਿਆ, ਤੇ ਨਾਲ ਤੁਹਾਡੀ ਪੀਣ ਵਾਲੀ ਚੀਜ਼ਾਂ ਉੱਤੇ ਧਿਆਨ ਰੱਖੋ ਤਾਂ ਕਿ ਤੁਹਾਡਾ ਮਾਈਲਡ ਰਹੇ ਫੀਵਰ,
ਤੇ ਅਗਰ ਤੇ ਪਾਣੀ ਦੀ ਕਮੀ ਹੋ ਜਾਂਦੀ ਹੈ ਫਿਰ ਕੰਪਲਿਕੇਸ਼ਨ ਆਂਦੀ ਹੈ, ਫਿਰ ਸਾਨੂੰ ਪੇਸ਼ੈਂਟ ਨੂੰ ਐਡਮਿਟ ਕਰਨ ਦੀ ਲੋੜ ਪੈਂਦੀ ਹੈ। ਇੱਕ ਚੀਜ਼ ਹੋਰ ਕਹੀ ਜਾਂਦੀ ਹੈ ਕਿ ਜਦੋਂ ਡੇਂਗੂ ਹੋ ਜਾਂਦਾ, ਨਾਰਮਲੀ ਪਲੇਟਲੈਟਸ ਘਟ ਗਏ, ਸੈੱਲ ਘਟ ਗਏ, ਕਿ ਸਾਨੂੰ ਗਲੋਏ ਜਿਹੜਾ ਆ ਉਹਨੂੰ ਯੂਜ਼ ਕਰਨਾ ਚਾਹੀਦਾ ਆ, ਸਾਨੂੰ ਬੱਕਰੀ ਦਾ ਦੁੱਧ ਹੋ ਗਿਆ, ਕੀਵੀ ਹੋ ਗਈ, ਇਹ ਹੈਲਪਫੁਲ ਹੁੰਦੇ ਆ? देखो कीवी वैसे तो नहीं बट विटामिन सी रिच फूड हैगा है, तो विटामिन सी डेफिनेटली जेड़ी भी कोई वायरल डिजीज होएगी उस च तुहानू हेल्प करेगा। बाकी जेड़ा बकरी दा दूध है वो मैं देखिया कि पेशेंट यूजुअली ना बिना उबाले होए वो दूध लैंदे हैं, ओदे नाल पेट दी कॉम्प्लिकेशन ज़्यादा वध जांदी है, मतलब उन्होंने या तो लूज मोशन लग जाएंगे या पेट दर्द शुरू हो जाएगी, तो उन्होंने सानू अवॉइड करना चाहिए। आपां पीण वाली चीज़ां सारियां ही दुध लै सकदे हो तुसी, बट पीण वाली चीज़ां ते असीं ज़्यादा फोकस करना जी। एक चीज़ डॉक्टर अंजलि, एक चीज़ ते होर गल कीती जांदी है ज़्यादा फॉगिंग ते। हाँ जी, जदों डेंगू की गल चलती है कि फॉगिंग जिहड़ी है सरकार भी करवाउंदी है, गली महल्ले च लोग भी करवा लैंदे आ। फॉगिंग का कितना क रोल है, किन्ने समय बाद जिहड़ी फॉगिंग करवाउणी चाहिदी है, ते करवाउणी चाहिदी है कि नहीं? हाँ जी, जिद्दां असीं शुरू च गल कीती, पोस्ट मॉनसून डेंगू ज़्यादा फैलना शुरू हो जाता है क्योंकि पानी इकट्ठा होने लग जाता है इधर उधर। फॉगिंग का डेफिनेटली रोल हैगा इहदे विच, बट बहुत ज़्यादा फॉगिंग जिन्हों असीं कह लीए कि इनडिस्क्रिमिनेट असीं बस डर गए हैं तो फॉगिंग कराई जा रहे हैं। मैलेथियन एक कैमिकल है जिहदे नाल असीं मेनली फॉगिंग करते हैं। ਉਹਦਾ ਰੋਲ ਹੈਗਾ ਉਦੋਂ ਜਦੋਂ ਕਿਸੇ ਏਰੀਆ 'ਚ ਬਹੁਤ ਜ਼ਿਆਦਾ ਕੇਸ ਵੱਧ ਗਏ ਹੋਣ, ਐਪੀਡੈਮਿਕ ਸਿਚੁਏਸ਼ਨ ਆ ਗਈ ਹੋਵੇ, ਉਦੋਂ ਅਸੀਂ ਜੇ ਮੱਛਰ ਬਹੁਤ ਜ਼ਿਆਦਾ ਹੈ ਉਹਨੂੰ ਫੌਗਿੰਗ ਕਰਕੇ ਕਰ ਸਕਦੇ ਹਾਂ, ਉੱਥੇ ਅਫੈਕਟ ਉਹਦਾ ਹੈਗਾ। ਬਟ ਅਸੀਂ ਜੇ ਬਹੁਤ ਜ਼ਿਆਦਾ ਫੌਗਿੰਗ ਕਰਾਂਗੇ ਉਹਦੇ ਵੀ ਆਪਣੇ ਨੁਕਸਾਨ ਨੇ। ਇੱਕ ਤਾਂ ਕਿ ਮੱਛਰ ਰੈਜ਼ਿਸਟੈਂਟ ਹੁੰਦਾ ਜਾਂਦਾ ਹੈ ਉਸ ਕੈਮੀਕਲ ਨੂੰ, ਤਾਂ ਫਿਰ ਉਹ ਅਗਲੀ ਵਾਰ ਸਾਨੂੰ ਉਹਦਾ ਡੋਜ਼ ਵਧਾਉਣਾ ਪਏਗਾ, ਉਹਦੇ ਤੇ ਅਸਰ ਕਰਨਾ ਬੰਦ ਕਰਦਾ ਰਹੇਗਾ, ਸਾਨੂੰ ਕੈਮੀਕਲ ਬਦਲ ਕੇ ਯੂਜ਼ ਕਰਨੇ ਪੈਂਦੇ ਰਹਿਣਗੇ। ਤੇ ਨਾਲੇ ਅਸੀਂ ਫੌਗਿੰਗ ਕਰਾਂਗੇ ਉਹ ਸਾਡੇ ਵੈਸੇ ਹੋਰ ਕਿੰਨੇ ਸਾਰੇ ਕੀੜੇ ਮਕੌੜੇ ਇਨਸੈਕਟਸ ਨੂੰ ਵੀ ਮਾਰ ਦੇਗੀ, ਜੋ ਕਿ ਸਾਡੀ ਧਰਤੀ ਲਈ ਬੜੇ ਜ਼ਰੂਰੀ ਹੈ। ਸਾਡੇ ਸੋਇਲ 'ਚ ਪਾਣੀ 'ਚ ਵੀ ਉਹ ਕੈਮੀਕਲ ਲੀਚ ਹੋ ਕੇ ਜਾਏਗਾ। ਸੋ ਇਸ ਕਰਕੇ ਇਨਡਿਸਕ੍ਰਿਮੀਨੇਟ ਫੌਗਿੰਗ ਜਿਹੜੀ ਹੈ ਉਹਦਾ ਕੋਈ ਰੋਲ ਨਹੀਂ ਹੈ। ਹਾਂ, ਜਿੰਨੀ ਜ਼ਰੂਰੀ ਹੈ, ਜੇ ਕਿਸੇ ਜਗ੍ਹਾ ਤੇ ਐਪੀਡੈਮਿਕ ਆ ਗਿਆ ਹੈ ਤਾਂ ਫਿਰ ਫੌਗਿੰਗ ਦਾ ਰੋਲ ਹੈ, ਉਹ ਤਾਂ ਗਵਰਨਮੈਂਟ ਕਰਵਾਈ ਦਿੰਦੀ ਹੈ ਟਾਈਮ ਟੂ ਟਾਈਮ। ਫੌਗਿੰਗ ਦੀ ਗੱਲ ਤੋਂ ਬਾਅਦ ਇੱਕ ਡਾਕਟਰ ਬਵਨੀਤ ਚੀਜ਼ ਹੋਰ ਆਉਂਦੀ ਹੈ ਕਿ ਬੇਸਿਕ ਅਗਰ ਆਪਾਂ ਨਾਰਮਲੀ ਇੱਕ ਘਰ ਦੇ ਵਿੱਚ ਰਹਿੰਦੇ ਹਾਂ, ਸਾਨੂੰ ਲੱਗਦਾ ਕਿ ਸਾਡੇ ਨੇੜੇ ਬਰਸਾਤ ਹੋ ਗਈ, ਪਾਣੀ ਭਰਿਆ ਰਹਿੰਦਾ, ਜਾਂ ਅਸੀਂ ਇਦਾਂ ਦੇ ਏਰੀਆ 'ਚ ਰਹਿੰਦੇ ਹਾਂ ਜਿੱਥੇ ਜ਼ਿਆਦਾ ਸਫਾਈ ਨਹੀਂ ਹੈਗੀ, ਤੁਹਾਨੂੰ ਕੀ ਲੱਗਦਾ ਕਿ ਉੱਥੇ ਕਿੱਦਾਂ ਦੀਆਂ ਚੀਜ਼ਾਂ, ਕਿੱਦਾਂ ਦੀ ਜਿਹੜੀ ਪ੍ਰੀਕਾਸ਼ਨਸ, ਸਾਵਧਾਨੀਆਂ ਨੇ ਜਿਹੜੀਆਂ ਸਾਨੂੰ ਸਾਡੇ ਘਰ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਪਹਿਲੇ ਦਿਨ ਤੋਂ ਹੀ ਰੱਖਣ ਦੀ ਲੋੜ ਹੈ? बिल्कुल, देखो इस तरह हैगा कि जेड़ा जिथे भी पानी खड़ा होएगा उत्थे ये मॉस्किटो या जेड़ा ये मच्छर हैगा है उन्हें ब्रीड करना है। तो सानू बिल्कुल जिदा हुन कूलर ਆਪਾਂ ਗਰਮੀਆਂ 'ਚ ਯੂਜ਼ ਕਰਦੇ ਹਾਂ, ਅਸੀਂ ਦੇਖਿਆ ਜਿੱਦਾਂ ਕੂਲਰ 'ਚ ਪਾਣੀ ਖੜਾ ਰਹਿੰਦਾ ਹੈ ਉੱਥੇ ਬਹੁਤ ਜ਼ਿਆਦਾ ਇਹ ਮੱਛਰ ਦੀ ਮਾਤਰਾ ਪਾਈ ਜਾਂਦੀ ਹੈ। ਅੱਛਾ, ਤੁਹਾਡੇ ਗਾਰਡਨ ਦੇ ਵਿੱਚ ਜਿਸ ਤਰ੍ਹਾਂ ਕੋਈ ਖਾਲੀ ਗਮਲੇ ਪਏ ਹੋਏ ਹੈ, ਤੁਹਾਡੇ ਟਾਇਰ ਪਏ ਹੋਏ ਹੈ, ਹੈ ਨਾ, ਜਾਂ ਹੋਰ ਟੁੱਟੀਆਂ ਪੁੱਟੀਆਂ ਕੋਈ ਚੀਜ਼ਾਂ ਪਈਆਂ, ਅਗਰ ਉੱਤੇ ਤੁਹਾਡਾ ਪਾਣੀ ਖੜਾ ਹੋਇਆ ਹੈ ਤੇ ਉਹ ਇੱਕ ਬਰੀਡਿੰਗ ਸਾਈਟ ਇਹਨਾਂ ਦੀ ਬਣ ਜਾਂਦੀ ਹੈ। ਤੇ ਸਾਨੂੰ ਇਹ ਖਿਆਲ ਰੱਖਣਾ ਹੈ ਕਿ ਅਸੀਂ ਟਾਈਮ ਤੇ ਇਹ ਜਿਹੜਾ ਕੂਲਰ ਹੋ ਗਿਆ ਜਾਂ ਇਸ ਤਰ੍ਹਾਂ ਇਹਨਾਂ ਨੂੰ ਸਕਰਬ ਕਰੀਏ, ਚੰਗੀ ਤਰ੍ਹਾਂ ਸਾਫ਼ ਕਰੀਏ, ਪਾਣੀ ਟਾਈਮ ਤੇ ਚੇਂਜ ਕਰੀਏ, ਤੇ ਨਾਲ ਜਿਹੜਾ ਆਲੇ ਦੁਆਲੇ ਤੁਹਾਡੇ ਹੈ ਸਫਾਈ ਮੇਨਟੇਨ ਕਰੀਏ। ਤੇ ਦੂਸਰੀ ਇੱਕ ਹੋਰ ਚੀਜ਼ ਹੈ, ਜਿਸ ਤਰ੍ਹਾਂ ਆਪਣੀ ਪ੍ਰੀਕਾਸ਼ਨ ਲੈਣ ਲਈ, ਹੁਣ ਜਿਸ ਤਰ੍ਹਾਂ ਇਹਦਾ ਜਿਹੜਾ ਟਾਈਮ ਸਾਨੂੰ ਪਤਾ ਹੈ ਕਿ ਸਨਸੈਟ ਤੋਂ 2 ਆਵਰਸ ਪਹਿਲਾਂ ਇਸ ਤਰ੍ਹਾਂ ਹੁੰਦਾ ਹੈ, ਤੇ ਕੋਸ਼ਿਸ਼ ਕਰੀਏ ਕਿ ਅਸੀਂ ਫੁੱਲ ਸਲੀਵ ਐਂਡ ਫੁੱਲ ਜਿੱਦਾਂ ਲੈਗ ਵਾਲੇ ਆਪਾਂ ਕੱਪੜੇ ਪਾਈਏ। ਤਾਂ ਦੂਜੀ ਇੱਕ ਹੋਰ ਚੀਜ਼ ਅਸੀਂ ਦੇਖੀ ਹੈ, ਜਿਸ ਤਰ੍ਹਾਂ ਵਾਰਡ 'ਚ ਵੀ ਸਾਨੂੰ ਪੇਸ਼ੈਂਟ ਮਿਲਦੇ ਆ ਡੇਂਗੀ ਦੇ, ਤੇ ਇਹਦੇ ਵਿੱਚ ਇੱਕ ਧਾਰਨਾ ਹੋਰ ਹੈ ਕਿ ਜਿਸ ਤਰ੍ਹਾਂ ਇੱਕ ਪੇਸ਼ੈਂਟ ਮਤਲਬ ਫੈਮਿਲੀ 'ਚ ਹੀ ਇੱਕ ਬੰਦੇ ਤੋਂ ਦੂਜੇ ਨੂੰ ਹੋ ਜਾਏਗਾ, ਇਹ ਜਦ ਤੱਕ ਤੁਹਾਨੂੰ ਇਨਫੈਕਟਡ ਮੱਛਰ ਨਹੀਂ ਕੱਟੇਗਾ ਤਦ ਤੱਕ ਨਹੀਂ ਹੋਏਗਾ, ਹੈ ਨਾ। ਤੇ ਸਾਨੂੰ ਇਹ ਪ੍ਰੀਕਾਸ਼ਨ ਲੈਣੀ ਹੈ ਕਿ ਜਿਸ ਤਰ੍ਹਾਂ ਮੌਸਕੀਟੋ ਨੈਟਸ ਹੈਗੀਆਂ, ਤੇ ਜਿਹੜਾ ਪੇਸ਼ੈਂਟ ਹੈ ਉਹਨੂੰ ਵੀ ਅਸੀਂ ਮੌਸਕੀਟੋ ਨੈਟ ਦੇ ਵਿੱਚ ਰੱਖਦੇ ਹਾਂ ਤਾਂ ਕਿ ਅਗਰ ਕੋਈ ਟ੍ਰਾਂਸਮਿਸ਼ਨ ਇੱਕ ਮੱਛਰ ਕੱਟਣ ਤੋਂ ਦੂਜੇ ਪੇਸ਼ੈਂਟ ਨੂੰ ਨਾ ਹੋਏ। ਤੇ ਉਸੇ ਤਰ੍ਹਾਂ ਆਪਾਂ ਘਰੇ ਵੀ ਧਿਆਨ ਰੱਖਣਾ ਹੈ ਕਿ ਅਗਰ ਕੋਈ ਪੇਸ਼ੈਂਟ ਤੁਹਾਡਾ ਹੈਗਾ ਤੇ ਉਹਨੂੰ ਤੁਸੀਂ ਮੌਸਕੀਟੋ ਨੈਟ 'ਚ ਰੱਖੋ, ਤੇ ਕੋਸ਼ਿਸ਼ ਕਰੋ ਕਿ ਬਾਕੀ ਜਿਹੜੇ ਹੈਗੇ ਆ ਸਾਰੇ ਫੁੱਲ ਸਲੀਵਸ ਆਪਣੇ ਪਾ ਕੇ ਰੱਖੋ। ਜੀ ਡਾਕਟਰ ਅੰਜਲੀ, ਅਸੀਂ ਤੁਸੀਂ ਜਦੋਂ ਆਲੇ ਦੁਆਲੇ ਨੂੰ ਦੇਖਦੇ ਹੋ,
ਹਸਪੀਟਲ ਦੇ ਵਿੱਚ ਲੋਕ ਤੁਹਾਨੂੰ ਮਿਲਦੇ ਨੇ, ਪੇਸ਼ੈਂਟਸ ਮਿਲਦੇ ਨੇ, ਜਾਂ ਆਪਾਂ ਜਦੋਂ ਘਰ 'ਚ ਆਂਢ ਗੁਆਂਢ 'ਚ ਦੇਖਦੇ, ਗਲੀ ਮੁਹੱਲੇ 'ਚ ਦੇਖਦੇ, ਤੁਹਾਨੂੰ ਕੀ ਲੱਗਦਾ ਕਿ ਅਗਰ ਆਪਾਂ ਡੇਂਗੂ ਨੂੰ ਲੈ ਕੇ ਚੱਲੀਏ, ਲੋਕ ਕਿੰਨੇ ਕੁ ਅਵੇਅਰ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਅਗਰ ਆਪਾਂ ਪ੍ਰੀਕਾਸ਼ਨਸ ਦੀ ਗੱਲ ਕਰਦੇ ਹਾਂ, ਮੈਡੀਕੇਸ਼ਨ ਦੀ ਗੱਲ ਕਰਦੇ ਹਾਂ, ਗਲਤ ਅਫਵਾਹਾਂ ਦੀ ਗੱਲ ਕਰਦੇ ਆ ਡੇਂਗੂ ਨੂੰ ਲੈ ਕੇ, ਕਿੰਨੇ ਕੁ ਲੋਕ ਅਵੇਅਰ ਨੇ ਇਸ ਚੀਜ਼ ਨੂੰ ਲੈ ਕੇ ਜਾਂ ਕਿੰਨੀਆਂ ਕੁ ਮਿਸਕਨਸੈਪਸ਼ਨਸ ਨੇ? ਹਾਂਜੀ, ਕਾਫੀ ਹੈਗੀਆਂ ਵੀ ਹੈ ਮਿਸਕਨਸੈਪਸ਼ਨਸ। ਅਵੇਅਰਨੈਸ ਜਿਹੜੀ ਪ੍ਰੋਪਰ ਅਵੇਅਰਨੈਸ ਹੈ ਉਹ ਨਹੀਂ ਹੈਗੀ, ਬਿਕਾਜ਼ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਇਹ ਮੱਛਰ ਫਰੈਸ਼ ਬਰੀਡਰ ਹੈ, ਇਹ ਗੰਦੇ ਪਾਣੀ 'ਚ ਬਰੀਡ ਨਹੀਂ ਕਰਦਾ, ਇਹ ਸਾਫ਼ ਪਾਣੀ 'ਚ ਬਰੀਡ ਕਰਦਾ ਹੈ। ਤੇ ਜੇ ਆਪਾਂ ਕਹੀਏ ਕਿ ਜਿਹੜੇ ਸਾਡੇ ਗਲੀਆਂ ਨਾਲੀਆਂ 'ਚ ਪਾਣੀ ਹੈਗਾ ਉਹਦੇ 'ਚ ਬਰੀਡ ਨਹੀਂ ਕਰਦਾ, ਇਹ ਮੱਛਰ ਬਰੀਡ ਕਰਦਾ ਬਿਲਕੁਲ ਫਰੈਸ਼ ਵਾਟਰ 'ਚ। ਤੇ ਫਰੈਸ਼ ਵਾਟਰ ਸਾਡੇ ਘਰਾਂ 'ਚ ਹੀ ਹੈ, ਸਾਡੇ ਇੰਡੋਰ ਹੀ ਹੈ। ਅਸੀਂ ਛੋਟੇ ਛੋਟੇ ਕੰਟੇਨਰ ਇੱਧਰ ਉੱਧਰ, ਸਪੈਸ਼ਲੀ ਗਮਲੇ, ਜਿੱਦਾਂ ਬਰਸਾਤ ਹੋਈ ਉਸ ਤੋਂ ਬਾਅਦ, ਮਤਲਬ ਇਹ ਮੱਛਰ ਨੂੰ ਬਰੀਡ ਕਰਨ ਲਈ ਸਿਰਫ 1 ਚਮਚ ਪਾਣੀ ਵੀ ਬਹੁਤ ਹੈ। ਉਹ ਜਿੱਥੇ ਵੀ ਖੜਾ ਰਹਿ ਗਿਆ ਸਾਡੇ ਆਲੇ ਦੁਆਲੇ, ਸਾਡੇ ਘਰ ਦੇ ਅੰਦਰ, ਉੱਥੇ ਇਹਨੇ 7 ਦਿਨਾਂ ਦੇ ਵਿੱਚ ਬਰੀਡ ਕਰ ਜਾਣਾ। ਇਹਦੇ ਜਿਹੜੇ ਐਗਸ ਹੈ ਉਹ 1 ਸਾਲ ਤੱਕ ਸੁੱਕੀ ਜਗ੍ਹਾ ਤੇ ਰਹਿ ਸਕਦੇ ਹੈ, ਸਰਵਾਈਵਲ ਉਹਨਾਂ ਦਾ ਕਾਫੀ ਲੰਬਾ ਹੈ। ਤੇ ਜੇ ਉਹਨਾਂ ਨੂੰ ਇੱਕ ਚਮਚ ਪਾਣੀ ਵੀ ਮਿਲ ਗਿਆ, ਉਹ 7 ਦਿਨਾਂ ਦੇ ਵਿੱਚ ਲਾਰਵਾ ਬਣ ਜਾਂਦਾ ਹੈ, ਤੇ ਫਿਰ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਉਹ ਮੱਛਰ ਬਣ ਜਾਂਦਾ, ਜਿਹੜਾ ਕਿ ਫਿਰ ਜੇ ਇਨਫੈਕਟ ਹੋ ਗਿਆ ਤੇ ਫਿਰ ਉਹ ਸਾਨੂੰ ਡੇਂਗੂ ਫੈਲਾ ਸਕਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਦੇ ਅੰਦਰ ਪਾਣੀ ਨਹੀਂ ਖੜਾ ਹੋਣ ਦੇਣਾ। ਜਿੱਦਾਂ ਕਿ ਮਾਨਨੀय ਆਪਣੇ ਮੁੱਖ ਮੰਤਰੀ ਜੀ ਨੇ ਮੁਹਿੰਮ ਵੀ ਚਲਾਈ ਹੈ ਹੁਣੇ, ਸ਼ੁੱਕਰਵਾਰ, ਹਰ ਸ਼ੁੱਕਰਵਾਰ ਕਰੀਏ ਡੇਂਗੂ ਤੇ ਵਾਰ, ਤੇ ਉਹ ਇਸੇ ਲਈ ਹੈ 7 ਦਿਨ, ਹਰ 7 ਦਿਨ ਦਾ ਅਸੀਂ ਸਾਈਕਲ ਤੋੜਨਾ ਬੇਸਿਕਲੀ। ਜਿੱਦਾਂ ਰਹਿ ਜਾਂਦੀਆਂ ਜਿਹੜੀਆਂ ਚੀਜ਼ਾਂ, ਡ੍ਰਿਪ ਪੈਨ, ਸਾਡੇ ਫ੍ਰਿਜ ਦਾ ਡ੍ਰਿਪ ਪੈਨ, ਅੱਜ ਕੱਲ ਵਾਸ਼ਿੰਗ ਮਸ਼ੀਨਸ ਆਟੋਮੈਟਿਕ ਹੈਗੀਆਂ, ਉਹਨਾਂ ਦੇ ਡ੍ਰਿਪ ਪੈਨ ਜਿਹੜੇ ਅਸੀਂ ਭੁੱਲ ਜਾਂਦੇ ਆ, ਜਾਂ ਫਿਰ ਅਸੀਂ ਘਰ ਦੇ ਅੰਦਰ ਪਲਾਂਟਸ ਵੀ ਰੱਖ ਲੈਂਦੇ ਆ ਪਾਣੀ ਵਿੱਚ, ਮਨੀ ਪਲਾਂਟ ਵਗੈਰਾ, ਉਹ ਅਸੀਂ ਪਾਣੀ ਚੇਂਜ ਕਰਨਾ ਭੁੱਲ ਜਾਂਦੇ ਆ। ਓਵਰਹੈਡ ਟੈਂਕ ਸਾਡੇ ਫਿੱਟ ਨਹੀਂ ਹੈ, ਉਹਨਾਂ 'ਚ ਥੋੜੀ ਜਿਹੀ ਵੀ ਜੇ ਜਗ੍ਹਾ ਹੈ ਉੱਥੋਂ ਉਹ ਮੱਛਰ ਬਰੀਡ ਕਰ ਲੇਗਾ ਉੱਥੇ। ਜਾਂ ਫਿਰ ਕੂਲਰਾਂ ਵਿੱਚ ਤਾਂ ਹੈ ਹੀ ਜੀ, ਅੰਡਰ ਟੈਂਕ ਹੈਗੇ ਆ ਜਿਹੜੇ ਸਾਡੇ, ਜਾਂ ਕਿਤੇ ਟਾਇਰ ਪਏ ਆ, ਇਨਡਿਸਕ੍ਰਿਮੀਨੇਟ ਕੋਈ ਵੀ ਚੀਜ਼ ਪਈ ਹੈ, ਟੁੱਟੇ ਗਮਲੇ, ਬੋਤਲਾਂ, ਛੋਟੀਆਂ ਛੋਟੀਆਂ ਚੀਜ਼ਾਂ ਕਿਤੇ ਵੀ ਇਕੱਠੀਆਂ ਹੋ ਗਈਆਂ, ਜਿਨ ਬਿਲਕੁਲ ਥੋੜਾ, ਉੱਥੇ ਹੀ ਇਹ ਮੱਛਰ ਬਰੀਡ ਕਰ ਜਾਏਗਾ। ਅਸੀਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਇਸ ਸੀਜ਼ਨ 'ਚ ਇਹ ਸਾਈਕਲ ਨੂੰ ਤੋੜੀਏ, ਆਪਣੇ ਘਰ 'ਚ ਇੱਕ ਵਾਰੀ ਚੱਕਰ ਮਾਰ ਕੇ ਦੇਖ ਲਈਏ, ਹਰ 7 ਦਿਨ 'ਚ ਜੇ ਕਿਤੇ ਥੋੜਾ ਜਿਹਾ ਵੀ ਪਾਣੀ ਖੜਾ ਹੈ, ਕਦੀ ਕਦੀ ਜਿੱਦਾਂ ਅੱਜ ਕੱਲ ਬਹੁਤ ਸਾਰੇ ਵਾਸ਼ਰੂਮ ਹੈ ਜੀ, ਕੋਈ ਅਨਯੂਜ਼ਡ ਵਾਸ਼ਰੂਮ ਹੈ, ਤੇ ਉਹ ਜਿਹੜੀ ਟਾਇਲਟ ਸੀਟ ਦੇ ਵਿੱਚ ਪਾਣੀ ਹੈ ਉੱਥੇ ਵੀ ਬਰੀਡ ਕਰ ਜਾਏਗਾ ਜੇ ਅਸੀਂ ਉਹਨੂੰ ਇੱਕ ਵਾਰੀ ਫਲਸ਼ ਨਹੀਂ ਕੀਤਾ 7 ਦਿਨ 'ਚ। ਸੋ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਧਿਆਨ ਰੱਖੀਏ ਤੇ ਅਸੀਂ ਆਪ ਹੀ ਇਹਨੂੰ ਰੋਕ ਸਕਦੇ ਹਾਂ ਜੀ, ਬਿਕਾਜ਼ ਇਹ ਮੱਛਰ ਨਾ 100 ਮੀਟਰ ਤੋਂ 200 ਮੀਟਰ ਦੇ ਵਿੱਚ ਹੀ ਹੁੰਦਾ ਹੈ। ਜੇ ਜਿਸ ਏਰੀਆ 'ਚ ਡੇਂਗੂ ਫੈਲ ਰਿਹਾ ਹੈ, ਇਹਦਾ ਮਤਲਬ ਉਹ ਸਾਡੇ ਆਲੇ ਦੁਆਲੇ ਹੀ ਹੈ। ਜੇ ਅਸੀਂ ਉਸ ਏਰੀਆ ਨੂੰ, ਆਪਣੇ ਆਸ-ਪਾਸ ਨੂੰ ਕਲੀਨ ਰੱਖ ਲਾਂਗੇ, ਆਪਣੇ ਘਰ ਦੇ ਅੰਦਰ ਡਵੈਲਿੰਗਸ ਨੂੰ, ਤਾਂ ਫਿਰ ਅਸੀਂ ਕਾਫੀ ਹੱਦ ਤੱਕ ਇਹ ਤੋਂ ਬਚ ਸਕਦੇ ਹਾਂ ਜੀ। ਕਿਉਂਕਿ ਧਾਰਨਾ ਜਿਹੜੀ ਡੇਂਗੂ ਨੂੰ ਲੈ ਕੇ ਸੀਗੀ ਉਹ ਇਹੀ ਸੀਗੀ ਕਿ ਨਾਰਮਲੀ ਜਿੱਥੇ ਪਾਣੀ ਤੇ ਖੜਾ ਹੋ ਜਾਂਦਾ ਹੈ ਉੱਥੇ ਮੱਛਰ ਹੁੰਦਾ, ਪਰ ਇਹ ਚੀਜ਼ ਜਿਹੜੀ ਡਾਕਟਰ ਸਾਹਿਬ ਨੇ ਬਹੁਤ ਕਲੀਅਰ ਕੀਤੀ ਹੈ ਕਿ ਸਾਫ਼ ਪਾਣੀ ਦੇ ਵਿੱਚ ਬਰੀਡ ਕਰਦਾ, ਪੈਦਾ ਹੋ ਜਾਂਦਾ। ਸੋ ਹਰ 7 ਦਿਨ ਬਾਅਦ ਜਿੰਨੇ ਸਾਡੇ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਪਾਣੀ ਖੜਾ, ਸਾਨੂੰ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਕਿ ਬਿਮਾਰੀ ਤੋਂ ਬਚਿਆ ਜਾ ਸਕੇ। ਡਾਕਟਰ ਬਵਨੀਤ, ਗੱਲ ਆਉਂਦੀ ਕਾਉਂਸਲਿੰਗ ਦੀ, ਕਹਿੰਦੇ ਜੀ ਇਲਾਜ ਨਾਲੋਂ ਪਰਹੇਜ਼ ਬਿਹਤਰ ਹੁੰਦਾ ਹੈ ਨਾ। ਬਿਲਕੁਲ ਜੀ। ਡਾਕਟਰ ਦੇ ਕੋਲ ਜਦੋਂ ਪੇਸ਼ੈਂਟ ਆਉਂਦਾ ਆ, ਜਦੋਂ ਪਹਿਲਾਂ ਉਹ ਇਹ ਸੁਣਦਾ ਕਿ ਮੈਨੂੰ ਡੇਂਗੂ ਹੋ ਗਿਆ, ਦੂਸਰੇ ਦਿਮਾਗ 'ਚ ਇਹ ਚੀਜ਼ ਆਉਂਦੀ ਕਿ ਮੈਂ ਮਰ ਤਾਂ ਨਹੀਂ ਜਾਊਂਗਾ ਕਿਤੇ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਕੋਈ ਇੱਦਾਂ ਦੀ ਖਬਰ, ਅਸੀਂ ਉਹਦੀ ਹਿਸਟਰੀ ਕੀ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇੱਕ ਡਰ ਲੈ ਕੇ ਐਂਟਰ ਹੁੰਦੇ ਆ। ਕੋਈ ਇੱਦਾਂ ਦੇ ਕੇਸ ਆਏ ਹੋਣ ਤੁਹਾਡੇ ਕੋਲ, ਕਾਉਂਸਲਿੰਗ ਉਸ ਸਮੇਂ ਕਿੰਨਾ ਕੁ ਰੋਲ ਅਦਾ ਕਰਦੀ ਜਾਂ ਕਿੰਨੀ ਕੁ ਸਾਡੇ ਪੇਸ਼ੈਂਟ ਨੂੰ ਮੈਡੀਸਨ ਨਾਲੋਂ ਵੱਧ ਕਾਉਂਸਲਿੰਗ ਦੀ ਲੋੜ ਹੈ? ਹਾਂਜੀ ਬਿਲਕੁਲ, ਉਹੀ ਮੈਂ ਕਿਹਾ, ਜਿਸ ਤਰ੍ਹਾਂ ਤੁਹਾਨੂੰ ਡਰਨਾ ਨਹੀਂ ਚਾਹੀਦਾ ਬਿਮਾਰੀ ਤੋਂ, ਹੈ ਨਾ। ਆਪਣਾ ਪ੍ਰੀਕਾਸ਼ਨ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਇਹ ਮੱਛਰ ਨਾ ਪਨਪੇ, ਤੁਹਾਨੂੰ ਨਾ ਹੋਏ, ਬਟ ਅਗਰ ਤੁਹਾਨੂੰ ਹੋ ਗਿਆ ਹੈ ਨਾ, ਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਤੁਸੀਂ ਟਾਈਮ ਤੇ ਡਾਕਟਰ ਦੀ ਸਲਾਹ ਲਓ, ਹੈ ਨਾ, ਤੇ ਜਿਹੜੀ ਉਹਨਾਂ ਦੀ ਟੈਸਟ ਹੈਗੇ ਆ, ਜਿਹੜੇ ਕਈ ਕਹਿੰਦੇ ਕਿ ਕੋਈ ਨਹੀਂ ਜੀ ਆਪਾਂ ਦੇਖਾਂਗੇ, ਹਲੇ 2-3 ਦਿਨ ਦੇਖ ਲੈਂਦੇ ਆ ਕਿਸ ਤਰ੍ਹਾਂ ਸਾਡੀ ਬਿਮਾਰੀ ਰਹੇਗੀ, ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੁਹਾਨੂੰ ਟਾਈਮ ਤੇ ਆਪਣੇ ਟੈਸਟ ਕਰਾ ਕੇ ਟਾਈਮ ਤੇ ਆਪਣੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ, ਠੀਕ ਹੈ। ਤੇ ਨਾਲ ਦੂਸਰਾ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਹਰ ਪੇਸ਼ੈਂਟ ਨੂੰ ਜ਼ਰੂਰੀ ਨਹੀਂ ਹੈ ਕਿ ਬਹੁਤ ਸੀਰੀਅਸ ਵਾਲੀ ਬਿਮਾਰੀ ਹੋਏ, ਹੈ ਨਾ। ਮੋਸਟਲੀ ਅਸੀਂ ਇਹੀ ਦੇਖਿਆ ਹੈ ਕਿ ਜਿਸ ਤਰ੍ਹਾਂ ਪੇਸ਼ੈਂਟ ਜਿਹੜੇ ਥੋੜੇ ਓਲਡ ਹੁੰਦੇ ਹੈ, ਜਿਨ੍ਹਾਂ ਨੂੰ ਬਾਕੀ ਵੀ ਨਾਲ ਬਿਮਾਰੀਆਂ ਹੈ, ਜਿਸ ਤਰ੍ਹਾਂ ਸ਼ੂਗਰ ਹੈ, BP ਹੈ, ਜਾਂ ਹੋਰ ਕੋਈ ਕਿਡਨੀ ਦੀ ਡਿਜ਼ੀਜ਼ ਹੈ, ਉਹਨਾਂ 'ਚ ਇਹ ਥੋੜਾ ਜ਼ਿਆਦਾ ਸੀਰੀਅਸ ਮੋਡ ਲੈ ਲੈਂਦਾ ਹੈ।
ਤੇ ਨਾਲ ਬੱਚਿਆਂ 'ਚ ਵੀ ਇਹ ਥੋੜਾ ਜ਼ਿਆਦਾ ਸੀਰੀਅਸ ਮੋਡ ਲੈ ਲੈਂਦਾ ਹੈ ਕਿਉਂਕਿ ਉਹਨਾਂ ਦੀ ਕਪੈਸਿਟੀ ਡਿਜ਼ੀਜ਼ ਨੂੰ ਫਾਈਟ ਕਰਨ ਦੀ ਘੱਟ ਹੁੰਦੀ ਹੈ ਜੀ। ਤਾਂ ਉਹਦੇ ਬਾਅਦ ਅਸੀਂ ਮਤਲਬ ਤੁਸੀਂ ਇਹ ਦੇਖੋਗੇ ਜਿਹੜੀ ਕੰਪਲਿਕੇਸ਼ਨਸ ਹੈਗੀਆਂ ਇਹਨਾਂ 'ਚ ਹੁੰਦੀਆਂ, ਬਟ ਤੁਹਾਨੂੰ ਜਿਹੜਾ ਇੱਕ ਨਾਰਮਲ ਬੰਦਾ ਹੈ ਜਿਹਦੀ ਇਮਿਊਨਿਟੀ ਚੰਗੀ ਹੈਗੀ ਹੈ, ਅਗਰ ਉਹ ਪ੍ਰੋਪਰ ਦਵਾਈ ਖਾਏ, ਆਪਣੇ ਆਪ ਨੂੰ ਉਹੀ ਪੀਣ ਦੀ ਚੀਜ਼ਾਂ ਲੈਂਦਾ ਰਹੇ, ਆਪਣੇ ਆਪ ਨੂੰ ਹਾਈਡਰੇਟਡ ਰੱਖੇ, ਤਾਂ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ। ਇਹ 2 ਤੋਂ 7 ਦਿਨ ਬਿਮਾਰੀ ਤਾਂ ਰਹਿਣੀ ਹੈ ਹੈ ਨਾ, ਤੇ ਉਹਦੇ ਬਾਅਦ ਥੋੜੀ ਕਮਜ਼ੋਰੀ ਰਹਿੰਦੀ ਹੈ, ਬਟ ਉਹ ਵੀ ਤੁਸੀਂ ਟਾਈਮ ਦੇ ਨਾਲ ਇਹ ਚਲੀ ਜਾਂਦੀ ਹੈ। ਵੀਕਨੈਸ ਜਦੋਂ ਆਉਂਦੀ ਹੈ ਬੋਡੀ ਦੇ ਵਿੱਚ, ਖਾਸ ਕਰਕੇ ਕਿਸੇ ਵੀ ਪ੍ਰੋਬਲਮ ਤੋਂ ਬਾਅਦ ਹੈ ਨਾ, ਇੱਕ ਸਾਡੇ ਹੋਰ ਮਨ ਦੇ ਵਿੱਚ ਮਿਸਕਨਸੈਪਸ਼ਨ ਹੈ ਕਿ ਮੈਨੂੰ ਹੁਣੇ ਡੇਂਗੂ ਹੋ ਕੇ ਹਟਿਆ, ਮੈਨੂੰ ਬਿਮਾਰੀ ਹੋ ਕੇ ਹਟੀ ਹੈ, ਮੈਂ ਕੋਈ ਐਕਸਰਸਾਈਜ਼ ਨਹੀਂ ਕਰਨੀ, ਮੈਂ ਵਾਕ ਵੀ ਨਹੀਂ ਕਰਨੀ, ਮੈਂ ਘਰ ਤੋਂ ਨਹੀਂ ਬਾਹਰ ਨਿਕਲਣਾ। ਇਹ ਚੀਜ਼ ਡਾਕਟਰ ਸਾਹਿਬ ਕਿੱਥੋਂ ਤੱਕ ਜਾਇਜ਼ ਹੈ? ਮੈਮ ਇਹ ਤਾਂ ਡਿਪੈਂਡ ਕਰਦਾ ਹੈ, ਜੇ ਕਿਸੇ ਨੂੰ ਬਹੁਤ ਜ਼ਿਆਦਾ ਵੀਕਨੈਸ ਹੈ ਉਹ ਚੰਗੀ ਡਾਈਟ ਲੈਣ, ਜਿੱਦਾਂ ਮੈਮ ਨੇ ਦੱਸਿਆ ਇਹ ਵਾਇਰਲ ਡਿਜ਼ੀਜ਼ ਹੈ, ਇਹਦੇ ਵਿੱਚ ਹਾਈਡਰੇਟਡ ਰਹਿਣ ਦਾ ਬਹੁਤ ਵੱਡਾ ਰੋਲ ਹੈ। ਲਿਕੁਇਡ ਡਾਈਟ, ਜੇ ਅਸੀਂ ਜ਼ਿਆਦਾ ਪਾਣੀ ਵਾਲੀਆਂ ਪਦਾਰਥ ਜਿਹੜੇ ਐਦਾਂ ਨਾਰੀਅਲ ਪਾਣੀ ਹੋ ਗਿਆ ਜਾਂ ਜੂਸ ਵਗੈਰਾ ਹੋ ਗਏ, ਸੂਪ ਹੋ ਗਏ, ਪੀਂਦੇ ਰਵਾਂਗੇ, ਬੋਡੀ ਹੌਲੀ ਹੌਲੀ ਆਪਣੀ ਇਮਿਊਨਿਟੀ ਪਿਕ ਕਰ ਲੈਂਦੀ ਹੈ। ਹਾਂ, ਬਾਕੀ ਇਹਦਾ ਇੱਕ ਜਿਹੜਾ ਕਾਊਂਟਰ ਪਾਰਟ ਹੈ ਚਿਕਨ ਗੁਨਿਆ, ਉਹ ਕਾਫੀ ਜ਼ਿਆਦਾ ਇਸ ਮੱਛਰ ਦੇ ਨਾਲ ਹੀ ਹੋ ਜਾਂਦਾ, ਉਹਦੇ ਵਿੱਚ ਜੋੜਾਂ ਦੇ ਦਰਦ ਰਹਿੰਦੇ ਆ ਬੜੇ ਲੰਬੇ। ਹਾਂ, ਉਹ ਫਿਰ ਜੇ ਹੈਗਾ ਤੇ ਉਹ ਥੋੜਾ ਜਿਹਾ ਟਾਈਮ ਹੀ ਲੈਂਦਾ ਠੀਕ ਹੋਣ ਨੂੰ। ਕਿਉਂਕਿ ਇੱਕ ਆਪਾਂ ਗੱਲ ਕਰਦੇ ਆ ਕਿ ਘਰ ਦੇ ਵਿੱਚ ਆਪਾਂ ਪ੍ਰੀਕਾਸ਼ਨ ਕੀ ਲੈਣੀ ਹੈ, ਕਿਉਂਕਿ ਸੈਕੰਡ ਪਾਰਟ ਜਿਹਨੂੰ ਮੈਂ ਗੱਲ ਕਰਨਾ ਚਾਹੁੰਦੀ, ਜਿਹਨੂੰ ਆਪਾਂ ਕਹਿੰਦੇ ਕਿ ਸੈਲਫ ਪ੍ਰੀਕਾਸ਼ਨ, ਆਪਣੇ ਆਪ ਨੂੰ ਅਸੀਂ ਕਿੱਦਾਂ ਧਿਆਨ ਰੱਖਣਾ ਉਹਨਾਂ ਚੀਜ਼ਾਂ ਦਾ, ਉਹਦੇ 'ਚ ਤੁਸੀਂ ਹਾਈਡਰੇਟਡ ਹੋਣ ਦੀ ਗੱਲ ਕੀਤੀ ਹੈ। ਹਾਂਜੀ, ਕੱਪੜੇ ਅਸੀਂ ਪੂਰੀ ਫੁੱਲ, ਜਦੋਂ ਸਾਨੂੰ ਇਹ ਪਤਾ ਚੱਲ ਗਿਆ ਕਿ ਇਹਦੇ ਜ਼ਿਆਦਾ ਕੱਟਣ ਦਾ ਟਾਈਮ ਕਿਹੜਾ, ਉਸ ਟਾਈਮ ਤੇ ਅਸੀਂ ਫੁੱਲ ਸਲੀਵਸ ਪਾਈਏ, ਸਪੈਸ਼ਲੀ ਜੁਰਾਬਾਂ ਵਗੈਰਾ ਪਾ ਲਈਏ, ਜਿੱਦਾਂ ਸਵੇਰੇ ਸੈਰ ਕਰਨ ਜਾ ਰਹੇ ਆ ਜਾਂ ਸ਼ਾਮ ਨੂੰ ਬੱਚੇ ਖੇਲ ਰਹੇ ਆ ਜਾਂ ਬਾਹਰ ਘੁੰਮ ਰਹੇ ਆ, ਤੇ ਓਡੋਮਾਸ ਵਗੈਰਾ ਰਿਪੈਲੈਂਟ ਜਿਹੜੇ ਆਉਂਦੇ ਆ ਉਹ ਲਗਾ ਸਕਦੇ ਆ, ਅਸੀਂ ਕੋਈ ਵੀ ਰਿਪੈਲੈਂਟ ਲੈ ਲਈਏ। ਬਟ ਇਹ ਹੈ ਕਿ ਜਿੱਦਾਂ ਇੱਕ ਰਿਪੈਲੈਂਟਸ ਦਾ ਅਸਰ ਰਹਿੰਦਾ 3 ਤੋਂ 4 ਘੰਟੇ, ਤੇ ਜੇ ਅਸੀਂ ਸਵੇਰੇ ਲਗਾ ਲਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਉਹ ਸ਼ਾਮ ਨੂੰ ਮੱਛਰ ਨਹੀਂ ਕੱਟ ਸਕਦਾ, ਫਿਰ ਉਹ ਸਾਨੂੰ ਰੀਅਪਲਾਈ ਕਰਨਾ ਪਏਗਾ ਜੀ। ਜਾਲੀ ਵਾਲੇ ਦਰਵਾਜ਼ੇ, ਡੋਰ ਵਗੈਰਾ ਇਸ ਟਾਈਮ ਤੇ ਸਪੈਸ਼ਲੀ ਬੰਦ ਰੱਖੀਏ। ਕੱਪੜਿਆਂ ਦਾ ਵੀ ਰੋਲ ਹੈ, ਜੇ ਅਸੀਂ ਬਹੁਤ ਜ਼ਿਆਦਾ ਡਾਰਕ ਕਲਰ ਦੇ ਕਲੋਥਸ ਪਾਉਂਦੇ ਆ ਜਾਂ ਬੜੇ ਪਰਫਿਊਮ ਯੂਜ਼ ਕਰਦੇ ਆ ਸਟਰੋਂਗ, ਤਾਂ ਵੀ ਇਹ ਮੱਛਰ ਅਟਰੈਕਟ ਹੁੰਦਾ ਹੈ ਸਾਡੇ ਵੱਲ। ਇਹ ਵੀ ਅਸੀਂ ਇੱਕ ਚੀਜ਼ ਹੈ ਜਿਹੜੀ ਅਵੋਇਡ ਕਰ ਸਕਦੇ ਆ ਥੋੜਾ ਜਿਹਾ ਡਿਊਰਿੰਗ ਦੀਜ਼ ਟਾਈਮਸ। ਤੇ ਫਿਰ ਹੋਰ ਇਹੀ ਸੈਲਫ ਪ੍ਰੀਕਾਸ਼ਨ ਹੈ, ਪੇਸ਼ੈਂਟ ਹੈਗਾ ਤੇ ਉਹਨੂੰ ਆਪਾਂ ਨੈਟ 'ਚ ਰੱਖ ਸਕਦੇ ਆ, ਜਾਂ ਜੇ ਡੇ ਦੇ ਟਾਈਮ ਇਸ ਟਾਈਮ ਤੇ ਸੋ ਰਹੇ ਆ ਤਾਂ ਬੈੱਡ ਨੈਟਸ ਦਾ ਯੂਜ਼ ਕਰ ਸਕਦੇ ਆ। ਬਾਕੀ ਘਰ ਦੇ ਅੰਦਰ ਅਸੀਂ ਚੈੱਕ ਕਰ ਸਕਦੇ ਆ ਵੀ ਡਾਰਕ ਏਰੀਆਜ਼ ਦੇ ਵਿੱਚ ਰੈਸਟ ਕਰਦੇ ਆ ਇਹ ਵਾਲੇ ਮੱਛਰ, ਤੇ ਉਹ ਅਸੀਂ ਫਿਰ ਥੋੜੀ ਬਹੁਤੀ ਆਪਣੇ ਲੈਵਲ ਤੇ ਇਨਡੋਰ ਸਪਰੇਇੰਗ ਵੀ ਕਰ ਸਕਦੇ ਆ। ਡਾਈਨਿੰਗ ਟੇਬਲਸ ਦੇ ਨੀਚੇ, ਪਰਦਿਆਂ ਦੇ ਪਿੱਛੇ, ਜਿਹੜੇ ਵੀ ਡਾਰਕ ਏਰੀਆਜ਼, ਡਾਰਕ ਕਾਰਨਰਸ ਹੈਗੇ ਆ ਘਰ ਦੇ, ਉੱਥੇ ਇਹ ਜਨਰਲੀ ਰੈਸਟ ਕਰਦੇ। ਆਈਡੈਂਟੀਫਿਕੇਸ਼ਨ ਦੀ ਜਿੱਦਾਂ ਅਸੀਂ ਗੱਲ ਕੀਤੀ, ਉਹ ਆਪਾਂ ਵਿੱਚ ਚੈੱਕ ਕਰਦੇ ਰਹੀਏ ਕਿ ਕੋਈ ਅਡਲਟ ਮੌਸਕੀਟੋ ਜੇ ਸਾਡੇ ਘਰ 'ਚ ਰੈਸਟਿੰਗ ਪਲੇਸਿਸ ਬਣੀਆਂ ਹੋਈਆਂ, ਉਹ ਆਪਾਂ ਐਲੀਮੀਨੇਟ ਕਰੀਏ ਉਹਨਾਂ ਨੂੰ। ਮੈਡੀਸਨ ਦੇ ਨਾਲ ਅਲਰਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਸਪੀਟਲ ਦੀ ਜਦੋਂ ਆਪਾਂ ਡਾਕਟਰ ਸਾਹਿਬ ਗੱਲ ਕਰਦੇ ਬਵਨੀਤ, ਤੇ ਅਸੀਂ ਗੱਲ ਕਰਦੇ ਹਾਂ ਗਵਰਨਮੈਂਟ ਦੀ ਸਿਹਤ ਵਿਭਾਗ ਦੀ ਗੱਲ ਕਰਦੇ ਹਾਂ, ਕਿ ਕਿੱਦਾਂ ਦੇ ਅਵੇਅਰਨੈਸ ਪ੍ਰੋਗਰਾਮ ਨੇ ਜਿਹੜੇ ਲੋਕਾਂ ਦੇ ਲਈ ਡੇਂਗੂ ਨੂੰ ਲੈ ਕੇ ਖਾਸ ਕਰਕੇ ਗਵਰਨਮੈਂਟ ਵੱਲੋਂ ਚਲਾਏ ਜਾ ਰਹੇ ਆ, ਹਸਪੀਟਲ ਜਿਹੜੇ ਸਰਕਾਰੀ ਨੇ ਉਹਨਾਂ ਵੱਲੋਂ ਚਲਾਏ ਜਾ ਰਹੇ ਨੇ? ਹਾਂਜੀ, ਦੇਖੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਸੀ ਕਿ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈਗੇ ਆ, ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਹਰ ਫਰਾਈਡੇ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਅਵੇਅਰ ਕਰ ਰਹੇ ਹਾਂ, ਹੈ ਨਾ। ਇੱਕ ਇਹ ਹੈਗੀ ਹੈ, ਨਾਲ ਗਵਰਨਮੈਂਟ ਦੇ ਤਰਫੋਂ ਸਾਨੂੰ ਇੱਕ ਹੋਰ ਵੀ ਹੈਗੀ ਹੈ ਕਿ ਉਹ ਸਾਨੂੰ ਨੈਟਸ ਵੀ ਪ੍ਰੋਵਾਈਡ ਕਰ ਰਹੇ ਨੇ, ਜਿਸ ਤਰ੍ਹਾਂ ਜਿਹੜੇ ਵੀ ਹਸਪੀਟਲ, ਜਿੱਦਾਂ ਸਾਡਾ ਹਸਪੀਟਲ ਹੋ ਗਿਆ, ਉਹਦੇ ਵਿੱਚ ਜਿੰਨੇ ਪੇਸ਼ੈਂਟਸ ਹੈ ਅਸੀਂ ਰੋਜ਼ ਦੇ ਰੋਜ਼ ਅਪਡੇਟ ਕਰਦੇ ਹਾਂ। ਇੱਕ ਟੀਮ ਬਣਾਈ ਗਈ ਹੈ ਜਿਹੜੀ ਦੇਖਦੀ ਹੈ ਕਿ ਕਿੰਨੇ ਪੇਸ਼ੈਂਟ ਕਿਸ ਏਰੀਆ ਤੋਂ ਆ ਰਹੇ ਨੇ, ਤਾਂ ਕਿ ਉਸ ਏਰੀਆ ਨੂੰ ਆਪਾਂ ਅਲਰਟ ਕਰ ਸਕੀਏ। ਤਾਂ ਉੱਥੋਂ ਫਿਰ ਅਸੀਂ ਜਿੱਦਾਂ ਪੇਸ਼ੈਂਟ ਜ਼ਿਆਦਾ ਆ ਰਹੇ ਨੇ, ਫਿਰ ਉੱਥੇ ਇਨਸਪੈਕਸ਼ਨ ਹੁੰਦੀ ਹੈ, ਤੇ ਨਾਲ ਇਹਨਾਂ ਨੇ ਹੋਰ ਵੀ ਚੀਜ਼ਾਂ ਜਿੱਦਾਂ ਪ੍ਰੋਵਾਈਡ ਕੀਤੀਆਂ। ਹੁਣ ਜਿੱਦਾਂ SDP ਆਪਾਂ ਕਹਿੰਦੇ ਆ, ਪਲੇਟਲੈਟਸ, ਉਹ ਜਿੱਦਾਂ ਤੁਹਾਡੇ ਸਿਵਲ ਹਸਪੀਟਲ ਵੀ ਅਵੇਲੇਬਲ ਹੈ, ਬਾਕੀ ਵੀ ਹਸਪੀਟਲ ਜਿਹੜੇ ਜਲੰਧਰ ਸ਼ਹਿਰ 'ਚ ਹੈਗੇ ਆ ਉੱਥੇ ਅਵੇਲੇਬਲ ਹੈ, ਕਿ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਪੇਸ਼ੈਂਟਸ ਨੂੰ, ਉਹਨਾਂ ਨੂੰ ਈਜ਼ੀਲੀ ਅਵੇਲੇਬਲ ਹੋਣ ਜੀ। ਸੋ ਉਮੀਦ ਕਰਦੇ ਹਾਂ ਕਿ ਡਾਕਟਰ ਬਵਨੀਤ, ਡਾਕਟਰ ਅੰਜਲੀ ਨੇ ਡੇਂਗੂ ਨੂੰ ਲੈ ਕੇ ਜੋ ਵੀ ਜਾਣਕਾਰੀ ਸਾਨੂੰ ਦਿੱਤੀ, ਅਸੀਂ ਉਹਨਾਂ ਸਾਰਿਆਂ ਤੋਂ ਉਸ ਗੱਲਬਾਤ ਤੋਂ ਬੈਨੀਫਿਟ ਜਿਹੜਾ ਜ਼ਰੂਰ ਲਈਏ, ਕਿਉਂਕਿ ਅਗਰ ਸਾਨੂੰ ਕੋਈ ਸਮੱਸਿਆ ਸਿਹਤ ਨੂੰ ਲੈ ਕੇ ਆਉਂਦੀ ਹੈ ਤੇ ਇਲਾਜ ਦੇ ਨਾਲੋਂ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਪਰਹੇਜ਼, ਤੇ ਉਸ ਤੋਂ ਵੀ ਪਹਿਲਾਂ ਜ਼ਰੂਰੀ ਹੈ ਜੀ ਪੂਰੀ ਜਾਣਕਾਰੀ। ਸੋ ਅਲਰਟ ਰਹੋ, ਸੁਚੇਤ ਰਹੋ, ਆਪਣੀ ਸਿਹਤ ਨੂੰ ਲੈ ਕੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ। ਸੋ ਡੇਂਗੂ ਨੂੰ ਲੈ ਕੇ ਜੋ ਵੀ ਜਾਣਕਾਰੀ ਡਾਕਟਰ ਸਾਹਿਬ ਦਿੱਤੀ, ਡਾਕਟਰ ਸਾਹਿਬ ਉਹਦੇ ਬਾਰੇ ਦੱਸਣ ਦੇ ਲਈ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।